ਸਾਧੋ ਇਹ ਜਗ ਭਰਮ ਭੁਲਾਨਾ। ਰਾਮ ਨਾਮ ਕਾ ਸਿਮਰਨ ਛੋੜਿਆ, ਮਾਇਆ ਹਾਥ ਬਕਾਨਾ। ਸਿਮਰਨ ਛੱਡਤਾ ਕਿਹਦਾ? ਆਪਦੇ ਪਿਓ ਦਾ। ਉਹਨੂੰ ਯਾਦ ਕਰਨਾ ਛੱਡਤਾ ਜਿਹਨੇ ਪੈਦਾ ਕੀਤਾ ਤੇ ਜਿਹੜਾ ਸਵਾਸ ਦੇ ਕੇ ਜਿੰਦਾ ਰੱਖ ਰਿਹਾ। ਤੇ ਫਿਰ ਗੁਰਮੁਖ ਪਿਆਰਿਓ, ਸੁੱਖ ਦੀ ਆਸ ਨਹੀਂ ਕੀਤੀ ਜਾ ਸਕਦੀ। ਜਦੋਂ ਅਸੀਂ ਇੱਥੋਂ ਦੇ ਮਾਲਕ ਬਣ ਜਾਂਦੇ ਫਿਰ ਸਾਡੇ ਵਿਚਾਰ ਵੱਧ ਜਾਂਦੇ ਆ। ਵਿਚਾਰ ਵਧਣ ਦੇ ਨਾਲ ਸਾਡਾ ਮਨ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਕਿਸੇ ਬੰਦੇ ਨੂੰ ਖੁਰਾਕ ਨਾ ਮਿਲੇ, ਉਹਦੇ ਤੋਂ ਵੱਧ ਕੰਮ ਕਰਾਇਆ ਜਾਏ ਤੇ ਉਹ ਕਮਜ਼ੋਰ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡਾ ਮਨ ਜਦੋਂ ਵਿਚਾਰਾਂ ਵਿੱਚ ਹੁੰਦਾ ਹੈ, ਕਰਮ ਕਰਦਾ ਹੈ, ਤੇ ਜਿਵੇਂ ਜਿਵੇਂ ਵਿਚਾਰ ਲਈ ਜਾਂਦਾ ਉਹ ਭਾਰ ਵੱਧਦਾ ਜਾਂਦਾ ਹੈ ਤੇ ਇਕੱਠਾ ਕਰੀ ਜਾਂਦਾ ਸਾਰਾ ਸਿਸਟਮ ਉਹ। ਇਸ ਕਰਕੇ ਫਿਰ ਅੱਜ ਲੋਕ ਨੀਂਦ ਤੋਂ ਵਾਂਝੇ ਹੋ ਚੱਲੇ, ਮੈਨੂੰ ਨੀਂਦ ਨਹੀਂ ਆਉਂਦੀ, ਦੇਹ ਨਹੀਂ ਛੱਡ ਸਕਦੇ। ਫਿਰ ਡਾਕਟਰ ਸਾਹਿਬ ਕੋਲ ਜਾਂਦੇ ਨੇ ਜਾਂ ਕੋਈ ਨਸ਼ਾ ਕਰਦੇ ਨੇ, ਫਿਰ ਨੀਂਦ ਆਉਂਦੀ। ਇਸ ਕਰਕੇ ਗੁਰੂ ਨਾਨਕ ਦੇਵ ਜੀ ਦੇ ਘਰ ਨੇ ਸਾਨੂੰ ਬੜਾ ਸੌਖਾ ਸਮਝਾਤਾ ਵੀ ਤੁਸੀਂ ਕਿਉਂ ਦੁਖੀ ਹੁੰਦੇ ਜੇ ਬੇਗਾਨੇ ਬਾਰੇ ਸੋਚ ਕੇ। ਜੇ ਬੇਗਾਨੇ ਦਾ ਭਾਰ ਚੱਕੋਗੇ ਤੇ ਔਖੇ ਹੋਵੋਗੇ। ਇਸ ਕਰਕੇ ਤੁਸੀਂ ਇਸ ਲੋਕ ਬਾਰੇ ਨਾ ਸੋਚੋ ਬਹੁਤਾ। ਇੱਥੋਂ ਦਾ ਕਰਮ ਤਾਂ ਤੁਹਾਨੂੰ ਕਰਾ ਹੀ ਲੈਣਾ ਇਸ ਮਾਇਆ ਨੇ, ਇਹਦੀ ਕੋਈ ਚਿੰਤਾ ਕਰਦੇ ਹੋ ਤੁਸੀਂ? ਤੁਸੀਂ ਜੇ ਚਿੰਤਾ ਕਰਨੀ ਹੈ ਤੇ ਉਸ ਕਾਰਜ ਦੀ ਕਰੋ ਜਿਹੜਾ ਤੁਹਾਡਾ, ਜਿਸ ਵਾਸਤੇ ਤੁਸੀਂ ਆਏ ਹੋ, ਜਿਹੜਾ ਤੁਹਾਡੇ ਮਨ ਵਾਸਤੇ ਲਾਹਾ ਹੈ। ਜਿਸ ਨੂੰ ਮਹਾਰਾਜ ਸਮਝਾਉਂਦੇ ਕਿ ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਹੁਣ ਸਤਿਗੁਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਇਹ ਸਮਝਾਉਂਦੇ ਵੀ ਦੇਖੋ, ਤੁਹਾਡੇ ਮਨ ਵਾਸਤੇ ਲਾਹਾ ਕੀ ਹੈ? ਸਿਮਰਨ ਕਰਨਾ, ਉਸ ਗੋਬਿੰਦ ਨੂੰ, ਰਾਮ ਨੂੰ, ਅੱਲਾ ਨੂੰ ਯਾਦ ਕਰਨਾ। ਇਸ ਕਾਰਜ ਵਾਸਤੇ ਤੁਸੀਂ ਆਏ ਹੋ। ਤੇ ਫਿਰ ਕੋਈ ਤੁਹਾਨੂੰ ਬਹੁਤਾ ਲੰਬਾ ਮੌਕਾ ਨਹੀਂ ਮਿਲਿਆ ਇਹ ਕੰਮ ਕਰਨ ਵਾਸਤੇ। ਪਤਾ ਨਹੀਂ ਸਵਾਸ ਨੇ ਕਦੋਂ ਰੁਕ ਜਾਣਾ ਤੇ ਤੁਹਾਨੂੰ ਇੱਥੋਂ ਜਾਣਾ ਪੈਣਾ, ਫਿਰ ਨਹੀਂ ਕਰ ਸਕਦੇ। ਇਸ ਕਰਕੇ ਮਹਾਰਾਜ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ, ਕਹਿੰਦੇ ਅਬ ਨਾ ਭਜਸ, ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਜੇ ਪੁੱਤ ਕਹਿੰਦੇ ਹੁਣ ਤੂੰ ਸਿਮਰਨ ਨਹੀਂ ਨਾ ਕਰਦਾ ਤੇ ਫਿਰ ਕਦੋਂ ਕਰੇਗਾ? ਜੇ ਅੰਤ ਆ ਗਿਆ ਤਾਂ ਫਿਰ ਇਹ ਸਰੀਰ ਹੀ ਢਹਿ ਢੇਰੀ ਹੋ ਜਾਣਾ, ਫਿਰ ਕਿਵੇਂ ਸਿਮਰਨ ਕਰੇਗਾ? ਇਸ ਕਰਕੇ ਉਹ ਸਾਨੂੰ ਸਮਝਾਉਂਦੇ ਵੀ ਇਸ ਕਾਲ ਨੇ, ਇਸ ਮਾਇਆ ਨੇ ਤੁਹਾਡਾ ਧਿਆਨ ਬਦਲ ਦਿੱਤਾ ਹੈ। ਜਦੋਂ ਧਿਆਨ ਬਦਲ ਜੇ ਤੇ ਜੀਵ ਜਿਹੜਾ ਹੈ ਭੁੱਲ ਜਾਂਦਾ ਹੈ। ਆਪਾਂ ਗੱਲ ਕਰਦਿਆਂ ਕਰਦਿਆਂ ਕਿ ਵੀ ਧਿਆਨ ਪਾਸੇ ਚਲਾ ਜਾਏ ਨਾ ਤੇ ਉੱਥੇ ਰੁਕ ਜਾਂਦੇ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਵੀ ਤੁਸੀਂ ਇਸ ਬੇਗਾਨੇ ਘਰ 'ਚ ਆ ਗਏ ਹੋ, ਇੱਥੋਂ ਦੇ ਮਾਲਕ ਬਣ ਗਏ ਹੋ ਤੇ ਮਨ ਭੁੱਲੋ ਮਾਇਆ ਕਰ ਆਏ। ਤੁਸੀਂ ਦੇਖੋ, ਪ੍ਰੈਕਟੀਕਲ ਕਰਿਆ ਕਰੋ। ਜਦੋਂ ਕਿਸੇ ਦੇ ਘਰ ਜਾਂਦੇ ਹੋ ਨਾ ਜੀ, ਤੇ ਤੁਹਾਡਾ ਧਿਆਨ ਉਹਨਾਂ ਦੇ ਘਰ ਵਿੱਚ ਚਲਾ ਜਾਂਦਾ ਹੈ। ਆਪਦਾ ਘਰ ਭੁੱਲ ਜਾਂਦੇ ਹੋ ਤੁਸੀਂ, ਕਿਹੋ ਜਿਹਾ ਉਹਨਾਂ ਦਾ ਘਰ ਆ, ਕਿੰਨੀਆਂ ਮੱਝਾਂ ਨੇ, ਕੀ ਹੈ ਸਾਰਾ ਸਿਸਟਮ, ਕੀ ਰੱਖਿਆ ਇਹਨਾਂ ਨੇ ਕਮਰਿਆਂ ਦੇ ਵਿੱਚ, ਉੱਧਰ ਧਿਆਨ ਚਲੇ ਜਾਂਦਾ ਹੈ। ਇਸੇ ਤਰ੍ਹਾਂ ਅਸੀਂ ਜਦੋਂ ਇੱਧਰ ਆਉਣੇ ਸ਼ਲੋਕ ਵਿੱਚ ਸੁਬਾਹ, ਤੇ ਕਾਲ ਜਿਹੜਾ ਸਾਡੀਆਂ ਗਿਆਨ ਇੰਦਰੀਆਂ ਨੂੰ ਵਸ ਕਰ ਲੈਂਦਾ, ਮਨ ਨੂੰ ਵਸ ਕਰ ਲੈਂਦਾ, ਤੇ ਬਸ ਸਾਡਾ ਧਿਆਨ ਬਦਲ ਜਾਂਦਾ। ਅਸੀਂ ਇੱਥੋਂ ਦਾ ਦ੍ਰਿਸ਼ਟ ਮਨ ਦੇਖ ਕੇ ਇਹਦੇ 'ਚ ਉਲਝ ਜਾਂਦੇ, ਭੁੱਲ ਜਾਂਦੇ ਸਾਰਾ ਕੁਛ। ਤੇ ਮਹਾਰਾਜ ਕਹਿੰਦੇ ਪੁੱਤ ਜੇ ਇੱਦਾਂ ਹੀ ਭੁੱਲਦੇ ਰਹੇ ਤੇ ਇੱਕ ਦਿਨ ਜੀਵਨ ਨੇ ਖਤਮ ਹੋ ਜਾਣਾ, ਫਿਰ ਕੀ ਕਰੋਗੇ? ਤੇ ਇਹਦਾ ਭੁਲਾਵਾ ਹੈ ਸੰਸਾਰ ਜਿਹੜਾ। ਤੇ ਜਿਉਂ ਹੀ ਸਵਾਸ ਰੁਕਿਆ, ਜਦੋਂ ਤੁਸੀਂ ਜਾਗੋਗੇ ਤੇ ਉਦੋਂ ਭਰਮ ਦੂਰ ਹੋਏਗਾ ਤੇ ਉਦੋਂ ਨੂੰ ਸਮਾਂ ਬਤੀਤ ਹੋ ਜਾਏਗਾ, ਫਿਰ ਪਛਤਾਉਣਾ ਬੜਾ ਪਏਗਾ। ਇਸ ਕਰਕੇ ਉਹ ਕਹਿੰਦੇ ਵੀ ਗੁਰੂ ਦੇ ਸ਼ਬਦ ਦੁਆਰਾ ਤੁਸੀਂ ਹੁਣੇ ਜਾਗ ਪਓ। ਦੇਖੋ, ਜਿਨ੍ਹਾਂ ਗੁਰਮੁਖਾਂ ਦੀ
ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਆਪਣਾ ਮਾਰਗਦਰਸ਼ਨ ਕਰ ਰਹੀ ਹੈ, ਉਹ ਜਾਗੇ। ਜਦੋਂ ਉਹ ਜਾਗੇ ਉਹਨਾਂ ਨੇ ਦੇਖਿਆ ਵੀ ਵਾਕਈ ਅਸਲੀਅਤ ਤਾਂ ਕੁਛ ਹੋ ਰਿਹਾ। ਇਹ ਸਰੀਰ ਹੀ ਨਹੀਂ ਸਾਡਾ, ਇਹ ਦੇਸ਼ ਕਿੱਥੋਂ ਸਾਡਾ, ਇਹ ਤਾਂ ਮਾਇਆ ਦਾ ਮੂਲ ਹੈ ਸਰੀਰ। ਇਹ ਸਰੀਰ ਸਾ ਮੂਲ ਹੈ ਮਾਇਆ, ਦੂਜੇ ਭਾਏ ਭਰਮ ਭੁਲਾਇਆ। ਫਿਰ ਉਹਨਾਂ ਨੇ ਸਾਨੂੰ ਉਦਾਹਰਨਾਂ ਦੇ ਸਮਝਾਉਣਾ ਸ਼ੁਰੂ ਕੀਤਾ ਵੀ ਤੁਸੀਂ ਚਿੰਤਾ ਕਾਹਦੀ ਕਰਦੇ ਹੋ। ਵੇਖੋ ਪਾਣੀ ਦੇ ਵਿੱਚ ਜਾਨਵਰ ਨੇ ਤੇ ਉਹਨਾਂ ਨੂੰ ਵੀ ਖੁਰਾਕ ਦਿੰਦਾ ਪਰਮਾਤਮਾ। ਨਾ ਉਹ ਖੇਤੀ ਕਰਦੇ ਨੇ, ਨਾ ਉਹ ਨੌਕਰੀ ਕਰਦੇ ਨੇ, ਨਾ ਉਹ ਦਿਹਾੜੀ ਕਰਦੇ, ਨਾ ਬਿਜ਼ਨਸ ਕਰਦੇ ਨੇ ਕੋਈ। ਇਸ ਕਰਕੇ ਸਾਨੂੰ ਸਮਝਾਉਂਦੇ, ਕਹਿੰਦੇ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲ ਮੇ ਜੰਤ ਉਪਾਇਣ ਤਿੰਨੋਂ ਬਿਰੋਜੀ ਤੇ। ਹੁਣ ਆਪਣੇ ਘਰ ਕੋਈ ਪ੍ਰਾਹੁਣਾ ਆ ਜਾਏ ਨਾ ਜੀ, 2 4 5 7 ਦਿਨ ਅਸੀਂ ਉਹਦੀ ਸੇਵਾ ਕਰ ਸਕਦੇ ਵੱਧ ਤੋਂ ਵੱਧ। ਹੌਲੀ ਹੌਲੀ ਆਪਾਂ ਉਹਨੂੰ ਕੰਮ ਤੇ ਲਾ ਲੈਂਦੇ ਵੀ ਚੱਲ ਇੰਨਾ ਕੁ ਤਾਂ ਕਰ। ਇਵੇਂ ਅਸੀਂ ਜੋ ਸਤਿਯੁਗ ਤੋਂ ਆਏ ਹਾਂ, ਹੌਲੀ ਹੌਲੀ ਅਸੀਂ ਆਪਦੇ ਘਰ ਨੂੰ ਭੁੱਲ ਗਏ। ਇਸ ਮਾਇਆ ਨੇ ਸਾਨੂੰ ਕੰਮ ਤੇ ਲਾ ਲਿਆ। ਤੇ ਅੱਜ ਹਰ ਇੱਕ ਕਹਿੰਦਾ ਜੀ ਮੈਂ ਕਿਸਾਨ ਹਾਂ ਜੀ, ਉਹ ਆਂਦਾ ਜੀ ਮੈਂ ਮਾਸਟਰ ਹਾਂ ਜੀ, ਮੈਂ ਸਰਵਿਸਮੈਨ ਹਾਂ ਜੀ, ਉਹਦਾ ਮੈਂ ਡਾਕਟਰ ਹਾਂ ਜੀ, ਮੈਂ ਬਿਜ਼ਨਸਮੈਨ ਹਾਂ ਜੀ। ਤੇ ਮਹਾਰਾਜ ਕਹਿੰਦੇ ਵੀ ਤੁਸੀਂ ਨਾਟਕ ਕਰ ਰਹੇ ਹੋ, ਇਹ ਪੰਜੇ ਕਰ ਰਹੇ ਨੇ, ਤੁਸੀਂ ਕਰਦੇ, ਤੁਸੀਂ ਸੁੱਤੇ ਪਏ ਹੋ। ਤੇ ਜਦੋਂ ਜੀਵ ਸੌਂ ਜੇ ਜੀ ਉਹਨੂੰ ਕੀ ਆਉਂਦਾ ਹੈ? ਸੁਪਨਾ। ਤੇ ਆਹ ਸਭ ਆਪਾਂ ਸੁਪਨਾ ਹੀ ਦੇਖੀ ਜਾਂਦੇ ਵੀ ਮੈਂ ਆਹ ਮੈਂ ਉਹ ਹਾਂ, ਤੇ ਹੈ ਕੁਛ ਵੀ ਨਹੀਂ। ਇਹ ਤਾਂ ਖੇਲ ਹੈ। ਤੇ ਜੇ ਜਾਗ ਕੇ ਖੇਲਾਂਗੇ ਫਿਰ ਭੇਤ ਲੱਗੇਗਾ। ਅਜੇ ਸਾਨੂੰ ਅਸਲੀਅਤ ਦਾ ਨਹੀਂ ਭੇਤ, ਕਿਉਂਕਿ ਅਸੀਂ ਜਾਗੇ ਨਹੀਂ। ਜਦੋਂ ਜਾਗਾਂਗੇ ਫਿਰ ਭੇਤ ਲੱਗੇਗਾ ਵੀ ਅਸਲੀ ਗੱਲ ਹੈ ਕੀ ਹੈ। ਇਸ ਕਰਕੇ ਗੁਰੂ ਪਿਆਰਿਓ, ਜਾਗਣ ਵਾਸਤੇ ਸਿਮਰਨਿਆ। ਤੇ ਸਿਮਰਨ ਕਰਨ ਤੋਂ ਪਹਿਲਾਂ ਸ਼ਰਤ ਆ, ਮਹਾਰਾਜ ਕਹਿੰਦੇ ਪਹਿਲਾ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ, ਹੋ ਸਬਨ ਕੀ ਰੇਨਕਾ ਤੋ ਆਓ ਹਮਾਰੇ ਪਾਸ। ਸੰਸਾਰ ਦਾ ਗਿਆਨ ਜਿਹੜਾ ਹੈ ਸਾਨੂੰ ਇਹ ਦੱਸਦਾ ਵੀ ਤੁਸੀਂ ਨਹੀਂ ਜਾਣਾ, ਤੁਸੀਂ ਇੱਥੇ ਰਹਿਣਾ, ਬੜੀ ਲੰਬੀ ਉਮਰ ਹੈ ਤੁਹਾਡੀ ਅਜੇ। ਲੇਕਿਨ ਜਿਹੜਾ ਬ੍ਰਹਮ ਗਿਆਨ ਹੈ ਉਹ ਸਾਨੂੰ ਇਹ ਦੱਸਦਾ ਵੀ ਤੁਹਾਡਾ ਜੀਵਨ ਸਿਰਫ ਇੱਕ ਸਵਾਸ ਦੇ ਆਸਰੇ ਹੈ। ਹਮ ਆਦਮੀ ਹਾਂ ਇੱਕਦਮੀ। ਉਲਟ ਹੋ ਗਿਆ ਨਾ ਕੰਮ ਜੀ। ਮਹਾਰਾਜ ਕਹਿੰਦੇ ਸਤਿਗੁਰ ਮਿਲੀਏ ਉਲਟੀ ਪਈ, ਉਲਟ ਹੋ ਜਾਂਦਾ ਕੰਮ। ਇਸ ਕਰਕੇ ਹੁਣ ਆਪਾਂ ਜਦੋਂ ਇਹ ਸਮਝਾਂਗੇ ਵੀ ਅਸੀਂ ਇੱਕ ਸਵਾਸ ਦੇ ਪ੍ਰਾਹੁਣੇ ਹਾਂ ਬਸ, ਫਿਰ ਅਸੀਂ ਵਾਪਸ ਚੱਲਾਂਗੇ, ਨਹੀਂ ਤਾਂ ਅਸੀਂ ਵਾਪਸ ਨਹੀਂ ਚੱਲਦੇ। ਇਸ ਮਾਰਗ ਦੇ ਧਾਤ ਦੇ ਰਸਤੇ 'ਤੇ ਚੱਲਦੇ ਰਹਿੰਦੇ, ਜਿਹਦੇ ਕਰਕੇ ਹੁਣ ਤੱਕ ਆਪਾਂ ਜੀਵਨ ਦੀ ਬਾਜੀ ਹਾਰਦੇ ਆਏ। ਇਸ ਕਰਕੇ ਆਓ ਹੁਣ ਆਪਾਂ ਘਰ ਨੂੰ ਵਾਪਸ ਚੱਲੀਏ। ਬਹੁਤ ਸਮਾਂ ਹੋ ਗਿਆ ਘਰੋਂ ਆਇਆਂ ਨੂੰ, ਤੇ ਸਾਡਾ ਪਿਓ ਸਾਨੂੰ ਉਡੀਕਦਾ ਤੇ ਸੁਨੇਹ ਘੱਲਦਾ ਵਿਚਾਰਾ ਭਗਤਾਂ ਦੇ ਰਾਹੀਂ, ਸੰਤਾਂ ਦੇ ਰਾਹੀਂ, ਮਨ ਪਰਦੇਸੀ ਵੇ ਪਿਆਰੇ ਮੁੜ ਆਓ ਘਰੇ, ਪੁੱਤ ਘਰੇ ਆ ਜਾ। ਤੇ ਤੇਰੇ ਘਰੇ ਕਹਿੰਦੇ ਕਿਸੇ ਚੀਜ਼ ਦੀ ਘਾਟ ਨਹੀਂ। ਦੇਖੋ ਜੋ ਕੁਛ ਪਰਮਾਤਮਾ ਦੇ ਵੱਸ ਆ, ਉਹਨੇ ਸਾਡੇ ਨਿੱਜ ਮਹਿਲ ਦੇ ਵਿੱਚ ਰੱਖ ਦਿੱਤਾ ਹੈ। ਲੇਕਿਨ ਹੁਣ ਅਸੀਂ ਪੜ੍ਹ ਸੁਣ ਲੈਂਦੇ ਵੀ ਨਿੱਜ ਘਰ ਮਹਿਲ ਪਾਓ ਸੁਖ ਸਹਿਜੇ, ਬੌਰ ਨਾ ਹੋਏ ਗੋ ਫੇਰਾ। ਤੇ ਹੁਣ ਆਪਾਂ ਨੂੰ ਪਤਾ ਵੀ ਸਾਰੀ ਸ੍ਰਿਸ਼ਟੀ ਦਾ ਹੀ ਮਾਲਕ ਹੈ ਪਰਮਾਤਮਾ, ਤੇ ਜੋ ਵੀ ਉਹਦੇ ਵਾਸਤੇ ਉੱਥੇ ਰੱਖਿਆ ਉਹਨੇ। ਜਿਹੜੀ ਚਿੰਤਾ ਹੈ ਉਹਦਾ ਪ੍ਰਬੰਧ ਕੀਤਾ ਉੱਥੇ, ਉਹਦੇ ਵਾਸਤੇ ਚਿੰਤਾਮਣੀ ਦਾ ਪ੍ਰਬੰਧ ਕੀਤਾ, ਉਹ ਚਿੰਤਾ ਨੂੰ ਦੂਰ ਕਰ ਦਿੰਦੀ ਹੈ। ਸਾਡੀ ਕੋਈ ਵੀ ਇੱਛਾ ਹੈ ਉਹਦੇ ਵਾਸਤੇ ਕਾਮਧੇਨ ਦਾ ਪ੍ਰਬੰਧ ਕੀਤਾ, ਉਹ ਪੂਰੀ ਕਰ ਦਿੰਦੀ ਹੈ। ਜੋ ਵੀ ਹਰ ਇੱਕ ਚੀਜ਼ ਦਾ ਹੱਲ ਹੈ ਉੱਥੇ। ਲੇਕਿਨ ਹੁਣ ਬੱਚਾ ਘਰ ਜਾਂਦਾ ਹੀ ਨਹੀਂ, ਕਹਿੰਦਾ ਮੈਂ ਫੁੱਟਪਾਥ 'ਤੇ ਸੌਣਾ, ਤੇ ਮਾਂ ਪਿਓ ਕੀ ਕਰੇ ਫਿਰ। ਜਿਵੇਂ ਹੁਣ ਸਰਦੀ ਹੈ, ਜੇ ਘਰੋਂ ਬਾਹਰ ਹੈ ਤੇ ਫਿਰ ਤੁਹਾਨੂੰ ਸਰਦੀ ਲੱਗਣੀ ਲੱਗਣੀ, ਤੇ ਘਰ ਦੇ ਵਿੱਚ ਸੁੱਖ ਲਏ, ਸਭ ਕੁਛ ਘਰ ਹੈ। ਇਸ ਕਰਕੇ ਜਦੋਂ ਸਾਡਾ ਮਨ ਘਰੋਂ ਬਾਹਰ ਆ ਜਾਂਦਾ ਨਾ ਜੀ, ਉਦੋਂ ਤ੍ਰਿਸ਼ਨਾ ਇਹਨੂੰ ਤੰਗ ਕਰਦੀ ਹੈ,
ਉਦੋਂ ਦੁਖੀ ਹੁੰਦਾ ਹੈ। ਤੁਸੀਂ ਦੇਖੋ ਤਾਂ ਸਹੀ ਕਦੇ ਥੋੜ੍ਹਾ ਜਿਹਾ ਵਿਚਾਰ ਕੇ ਵੀ ਘਰ ਘਰ ਜਾਓ, 1000 ਵਾਲਾ ਵੀ ਦੁਖੀ, ਲੱਖ ਵਾਲਾ ਵੀ ਦੁਖੀ, ਕਰੋੜ ਵਾਲਾ ਵੀ ਦੁਖੀ। ਕੀ ਹੋ ਰਿਹਾ ਹੈ? ਕਿਹੜੀ ਦੌੜ 'ਚ ਲੱਗ ਗਏ ਅਸੀਂ? ਤੇ ਮਹਾਰਾਜ ਕਹਿੰਦੇ ਪੁੱਤ ਤੁਹਾਡੇ ਘਰ ਖਜ਼ਾਨਾ, ਇਹ ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ, ਬਾਹਰ ਵਸਤ ਨਾ ਭਾਲ ਤੇ ਖਜ਼ਾਨਾ ਅੰਦਰ ਹੀ। ਅੰਦਰ ਹੁਣ ਆਪਾਂ ਜਾਣਾ। ਇਹਨਾਂ ਲੋਕਾਂ ਦਾ ਸੰਗ ਛੱਡ ਕੇ, ਜੇ ਇਹਨਾਂ ਦਾ ਸੰਗ ਨਹੀਂ ਛੱਡਾਂਗੇ ਫਿਰ ਨਹੀਂ ਜਾ ਸਕਦੇ। ਇਸ ਕਰਕੇ ਜੋ ਵੀ ਕਿਸੇ ਕੋਲ ਸੰਸਾਰ ਦਾ ਗਿਆਨ ਹੈ, ਜੋ ਵੀ ਚੰਗਾ ਚਾਹੇ ਮਾੜਾ, ਉਹ ਤੁਹਾਨੂੰ ਪਤਾ ਹੈ। ਉਹਨੂੰ ਸਾਰੇ ਨੂੰ ਇੱਕ ਪਾਸੇ ਕਰ ਦਿਓ, ਕਿਉਂਕਿ ਇਹਨਾਂ ਪੰਜਾਂ ਦਾ ਗਿਆਨ ਹੈ ਸਾਰਾ। ਹੁਣ ਆਪਾਂ ਉਸ ਮਾਲਕ ਦੇ ਚਰਨਾਂ 'ਚ ਬੇਨਤੀ ਕਰਨੀ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਐਸੀ ਬੁੱਧ ਬਖਸ਼ਿਸ਼ ਕਰ ਦਿਓ ਜਿਹਦੇ ਨਾਲ ਅਸੀਂ ਤੁਹਾਡੇ ਗੁਣ ਗਾਈਏ ਅਤੇ ਤੁਹਾਡੇ ਚਰਨਾਂ 'ਚ ਸਮਾ ਜਾਈਏ।